ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆ ਵਿੱਚ, ਅਵਤਾਰੀ ਪੁਰਸ਼ਾਂ ਦੀ ਦੁਨੀਆ 'ਚ ਇੱਕ ਮਹਾਨ ਮਨੁੱਖ ਨੇ, ਇੱਕ ਪੂਰਨ ਪੁਰਖ ਨੇ। ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿੱਚ ਹੋਇਆ, ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿੱਚ ਬਤੀਤ ਹੋਇਆ। ਅਜੇ 27 ਵਰ੍ਹਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿੱਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੁੰਗਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੁੰਗਣੀਆਂ ਵੇਚ ਕੇ ਆਪਣੀ ਉਪਜੀਵਕਾ ਚਲਾਉਂਦੇ ਸਨ। ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ। ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ, ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਜਾਂ ਡਾਕੂ ਬਣ ਜਾਂਦਾ ਹੈ, ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਨੇ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ ਨੇ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ। ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਵਿੱਚ ਹੀ ਆਪ ਅਜੇ ਗਲੀ ਗਲੀ ਦੇ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰ ਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ, ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਂ। ਤਾਂ ਇੱਕ ਸਿਆਣੇ ਨੇ ਕਿਹਾ, ਮਹਾਰਾਜ ਚੂੰਕਿ ਗੱਲ ਰਸਤੇ 'ਚ ਹੋਈ, ਉਹ ਸਾਹਮਣੇ ਜੋ ਘੁੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ ਤਾਂ ਸਤਿਗੁਰ ਕਹਿਣ ਲਗੇ ਇਸ ਵਰਗਾ ਤਾਂ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। ਤਾਂ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ, ਸਤਸੰਗੀਆਂ ਦਾ ਇਕੱਠ, ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗੀਣ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਿਕ ਮੰਡਲ ਦੇ ਵਿੱਚ ਉન્નਤੀ ਹੋਣ ਲੱਗੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਦ ਦੇ ਵਿੱਚ ਕੁਝ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਝ ਵੀ ਨਹੀਂ ਮੰਗਿਆ, ਮੰਗੋ। तो आप दी बड़ी सुंदर पंक्ति है गुरु ग्रंथ साहब जी महाराज दे अंदर, हर प्रभ मेरे बाबला, हर देवो दान मैं दाजो, हर कपड़ देवो, हर शोभा देवो, जित सबरे मेरा काजो। हे मेरे गुरुदेव पिता, जे देना ही है ते हरि नाम दा कपड़ा देओ, हरि नाम दी दौलत देओ, हरि नाम दा साजो समान देओ, ताकि लोक परलोक मेरा सुहेला हो जाए। आप जी का एक होर भी वाक है, हर के जन सतगुर सतपुरखा, बिनो करो गुर पास, हम कीरे किरम सतगुर सरनाई, कर दया नाम प्रगास, मेरे मीत गुरदेव मोको राम नाम प्रगास। हे मेरे मित्र गुरदेव पिता, मेरे हिरदे विच राम नाम दा चानना करो, राम नाम दा प्रकाश करो। जे देना है ते राम नाम दी दौलत दे, प्रभु नाम दी दौलत नाल मेरे हिरदे नूं फैज़याब करो। समा लंघदा गया
ਆਪ ਦੀ ਸੇਵਾ ਤੇ ਸਿਮਰਨ ਦੀਆਂ ਰੁਚੀਆਂ ਵੀ ਵੱਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ, ਭਾਈ ਰਾਮਾ ਜੀ, ਤੇ ਦੋਵੇਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਦੋਵੇਂ ਬੱਚੀਆਂ ਵੀ, ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ 'ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ। ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ, ਇੱਕ ਖੂਬਸੂਰਤ ਥੜਾ ਬਣਾਓ, ਅਸੀਂ ਉਸ ਦੇ ਉੱਤੇ ਬੈਠਣਾ ਹੈ, ਬਿਰਾਜਮਾਨ ਹੋਣਾ ਹੈ। ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ, ਬਣਾਓ ਤੁਸੀਂ ਵੀ, ਔਰ ਜਿਸ ਦਾ ਥੜਾ ਖੂਬਸੂਰਤ ਹੋਇਆ, ਚੰਗਾ ਹੋਇਆ, ਸਾਡੇ ਬੈਠਣ ਦੇ ਲਾਇਕ ਹੋਇਆ, ਅਸੀਂ ਫਿਰ ਉਸ ਤੇ ਬੈਠਾਂਗੇ। ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ। ਭਾਈ ਰਾਮੇ ਜੀ ਨੇ ਵੀ ਬਣਾਇਆ। ਗੁਰੂ ਅਮਰਦਾਸ ਜੀ ਮਹਾਰਾਜ ਟਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ, ਤੂੰ ਥੜਾ ਬਣਾਇਆ ਹੈ? ਹੱਥ ਜੋੜ ਕੇ ਕਹਿਣ ਲੱਗਾ, ਹਾਂ ਮਹਾਰਾਜ, ਇਹ ਥੜਾ ਹੈ, ਬਣਾ ਦਿੱਤਾ ਹੈ। ਮਹਾਰਾਜ ਕਹਿਣ ਲੱਗੇ, ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਹੈ, ਇਹਨੂੰ ਢਾਹ ਦਿਓ। ਭਾਈ ਰਾਮਾ ਕਹਿਣ ਲੱਗਾ, ਮਿਹਨਤ ਤੇ ਮੈਂ ਬਹੁਤ ਕੀਤੀ, ਢੰਗ ਨਾਲ ਬਣਾਇਆ ਹੈ, ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆਇਆ, ਸੋ ਆਪ ਦਾ ਹੁਕਮ ਹੈ ਤਾਂ ਹੁਣ ਮੈਂ ਢਾਹ ਦੇਣਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ, ਢਾਹ ਦਿਓ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲੱਗੇ, ਪਾਤਸ਼ਾਹ ਮੈਂ ਭੁੱਲਣਹਾਰ ਜੋ ਹੋਇਆ, ਛੋਟੀ ਮਤ ਵਾਲਾ ਜੋ ਹੋਇਆ, ਛੋਟੀ ਸੋਚਣੀ ਜੋ ਸੀ, ਹੁਣ ਹੋਰ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੀ ਸੋਚ, ਮੇਰੀ ਮਤ ਵਧੇ ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਕ ਥੜਾ ਬਣਾ ਸਕਾਂ। ਵਾਕਈ ਮੈਂ ਆਪ ਜੀ ਦੇ ਬੈਠਣ ਲਾਇਕ ਥੜਾ ਨਹੀਂ ਬਣਾ ਸਕਿਆ, ਮੈਂ ਢਾਹ ਦੇਣਾ ਪਾਤਸ਼ਾਹ। ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ, ਬੜਾ ਖੁਸ਼ ਸੀ ਭਈ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ ਹੈ, ਸਾਹਿਬਾਂ ਨੂੰ ਪਸੰਦ ਆਏਗਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੀ ਕਹਿ ਦਿੱਤਾ, ਇਹ ਥੜਾ ਨਹੀਂ ਕਿਸੇ ਕੰਮ ਦਾ, ਇਹ ਢਾਹ ਦਿਓ, ਇਹ ਗਿਰਾ ਦਿਓ। ਭਾਈ ਰਾਮਾ ਜੀ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ, ਅਨਹੋਣੀਆਂ ਗੱਲਾਂ ਕਰਦੇ ਨੇ, ਪਰ ਜਦ ਹੁਣ ਗੁਰੂ ਨੇ, ਗੁਰੂ ਪਿਤਾ ਨੇ ਤੇ ਜਦੋਂ ਹੁਕਮ ਕੀਤਾ ਹੈ ਤਾਂ ਢਾਹ ਦੇਂਦੇ ਆ, ਪਰ ਅੰਦਰ ਮਨ ਇਨਕਾਰੀ ਹੈ, ਅੰਦਰ ਮਨ ਬਾਗੀ ਹੋ ਚੁੱਕਿਆ ਹੈ। ਨਿਮੂਜੜੇ ਜਿਹਾ ਮਨ ਨਾਲ ਕਹਿਣ ਲੱਗਾ, ਅੱਛਾ ਪਾਤਸ਼ਾਹ, ਬਣਾਇਆ ਤਾਂ ਮੈਂ ਬਹੁਤ ਵਧੀਆ, ਬਹੁਤ ਵਧੀਆ, ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ, ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾਹ ਦਿੰਦਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਕਹਿਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ, ਗੁਨਾਹਗਾਰ ਅਪਰਾਧੀ ਕੋਹੀ। हे ਪਾਤਸ਼ਾਹ, ਮੈਂ ਬਾਰ-ਬਾਰ ਭੁੱਲ ਕਰਦਾ, ਤੁਸੀਂ ਬਾਰ-ਬਾਰ ਮੈਨੂੰ ਬਖਸ਼ ਦਿਓ, ਮੈਂ ਬਾਰ-ਬਾਰ ਗਲਤੀ ਕਰਦਾ, ਤੁਸੀਂ ਬਾਰ-ਬਾਰ ਨਜ਼ਰਅੰਦਾਜ਼ ਕਰਦੇ ਹੋ, ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਇਗਰਾ ਦੇਣਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨਹੀਂ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਖਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾਹ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਣਾ, ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ। ਤਾਂ ਇੱਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ ਹੈ, ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ,
पातशाह मैं इतना महान थड़ा किथे बना सकदा जिस ते आप विराजमान हो सको, मेहर करो, बख्शिश करो, मेरी मत महान होवे ते मैं उस ढंग दा बनावा जो आप नूं पसंद आवे। कई लैके ज्यों ढाण लगे तां गुरु अमरदास जी ने गलवकड़ी च लै लिया। आख्या नहीं जेठा जी, थड़ा बन गया, तूं थड़ा बना दिता, असीं हुण इसे ही थड़े ते बैठांगे। भोलिया, सानू ये मिट्टी दे थड़े थोड़ी चाहिए सन, ते मैं ते हिरदे दा थड़ा वेख रिहा सी, तो थड़ा बन गया। तेरे हिरदे दी बनतर हुण इस ढंग दी बन गई है, आइंदा तो दुनिया देखेगी कि तेरे हिरदे दे सिंहासन ते गुरु नानक दी जोत विराजमान है। थड़ा बन गया, सिंहासन बन गया। इस तरीके नाल आप नूं गोविंदवाल साहब दे विच ही गुरगद्दी नसीब हुई ते आपने उसारू कम शुरू कीते। गुरु अमरदास जी महाराज के संकल्प नूं, गुरु अमरदास जी महाराज के सुपनिਆਂ नूं आपने साकार करना शुरू किया, जिसनूं अज अमृतसर कहंदे ने। इस दी कल्पना, इस दा चित्रण, इसदा सुपना पहले गुरु अमरदास जी महाराज ने लिया, और उसे सुपने नूं, उसे फुरने नूं, उसे संकल्प नूं साकार करन लई अज गुरु रामदास जी महाराज ने 3-4 पिंडां दा एक चक बना के वसाना शुरू किया, और उसका नां रखिया गुरु का चक। इत्थे ही आपने अमृत सरोवर की खुदाई आरंभ की, जिथे गुरु अमरदास जी महाराज ने सिख जगत नूं सब तो पहला एक महान तीरथ दिता, गुरु की बाहुली। उत्थे गुरु रामदास जी महाराज ने सिख जगत नूं केंद्र दिता, मरकज दिता, एक बुनियादी अस्थान दिता, जिसका नाम है श्री हरिमंदिर अमृतसर। गुरु रामदास जी महाराज ने सरोवर दी खुदाई ते तैयारी तो बाद हरिमंदिर दी उसारी दे संकल्प नूं भी अगां वधाना चाहया। उदों तक गुरु के चक दा नाम श्री अमृतसर पै गया, क्योंकि पानी दे नाल अठे पैर गुरबाणी दा संबंध जुड़िया होया सी, भजनीक लोगां दा संबंध जुड़िया होया सी, तो पानी भजन करके अमृत बन गया। उंज भी पंज प्यारे जद पंज बाणियां पढ़दे ने ते दृष्टि पानी दे च रखदे ने, तो पानी अमृत बनदा है। तो इस पानी दा अठे पैर गुरबाणी नाल संबंध जुड़िया होया, नाम रस नाल संबंध जुड़िया होया, लिहाजा इस स्थान दा नाम पिया श्री अमृतसर। भट्ट गुरु रामदास जी महाराज की उपमा विच कहंदे ने, जनक सोए जिन जाणिया उन मन रथ धरिया, सत संतोख समाचरे अबरासर भरिया, अकथ कथा अमरापुरी, जिस देश पावे ए जनक राज, गुरु रामदास तुझ ही बन आवे। हे गुरु रामदास जी महाराज, थोड़ा हिरदा अमृत सरोवर नाल भर गया, अम्यो रस नाल भर गया, तुसी ते परम आनंद दे अठे पैर लीन रहिंदे हो। भट्ट तदी ते गुरु रामदास जी महाराज दे अगों अरदास करदे ने, जोदड़ी करदे ने, हम अवगुण भरे एक गुण नाई, अमृत छाड़ बिखे बिखाई, माया मोह भरम पे भूले, सुधा रास प्रीत लगा। एक उत्तम पंथ सुन्यो गुर संगत, तह मिलंत जम त्रास मिटाई, एक अरदास भाट कीरत की, गुरु रामदास राखो सरनाई, गुरु रामदास राखो सरनाई। जिस ढंग दा तीरथ गुरु रामदास जी महाराज ने जगत नूं दिता, वाकई इस ढंग दा तीरथ रूहे जमीन ते अज तक ना बनिया ते ना ही बन सकेगा। तदी ते उस तीरथ दी शोभा विच बड़ियां कीमतियां पंक्तियां गुरु ग्रंथ साहब जी महाराज विच अंकित ने, डिठे सभे थां नहीं तुद जेहा, बद्धो पुरख विदाते तां तू सोया। इस अस्थान नूं संस्कृत ते बृज दे महान कवि ग्वाल ने जद वेख्या, परिक्रमा विच दर्शन कीते, अमृत सरोवर विच इशनान कीता, परिक्रमा विच बैठे भजनीक रसक ते साधक अभ्यासी लोग वेखे, साहिबां दा दर्शन कीता, तां आप दे मुखार बिंद तों श्री अमृतसर लई
जो उपमा भरे शब्द निकले ने वो ये ने। आप कहते ने राजे सुर इहा तो इहा साधु सुर राजे सदा, सुधा है उहा तो इहा सुधा सर दरस है। सुनिया बैकुंठ दे अमृत दा कुंभ है ते देवते ने, कवि ग्वाल कहते ने इत्थे अमृत दा सरोवर है ते साधुआं दा इकट्ठ है, अभ्यासियां दा इकट्ठ है ते साधु राजे ने, गृहस्थी राजे ने। राजे सुर उहा तो इहा साधु सुर राजे सदा, सुधा है उहा तो इहा सुधा सर दर्श है। पान किए वाके होत अमर सो मरूं के, जीवन मुकत ये सबको परश। बैकुंठ दे अमृत नूं पींदियां मनुख अमर हो जांदा है। अमृत सरोवर दा जल पींदियां मनुख जीवन मुक्त हो जाता है, मौत दे भय तो दूर हो जाता है, मैं मौत दे भय तो किनारा कश हो जाता है। और ये सारियां लई उपलब्ध है जद कि वो किसे किसे नो। ग्वाल कवि योगन को दुर्लभ कहा है वो, योगी भोगी दोवन को होत इया हर्ष है। उहाँ हरि मंदिर तो इहा हरि मंदिर, याते गुरुपुर सुरपुर ते सरस है। उत्थे केवल हरि दा मंदिर है बैकुंठ दे च, पर इत्थे हरि दा भी मंदिर है, गुरु दा भी मंदिर है। ते कवि ग्वाल कहंदे अगर मैनू कोई चुनन वास्ते कहे कि तू बैकुंठ नूं चुनना है कि अमृतसर नूं चुनना है, तो कवि ग्वाल कहंदे मैं इस अमृतसर नूं चुनांगा जिथे हरि दा भी मंदिर है, गुरु दा भी मंदिर है। अमृत दा कुंभ नहीं, अमृत दा सरोवर है। उत्थे केवल देवते ने, पर इत्थे ते साधु भी ने, देवते बैठे ने, अभ्यासी बैठे ने, रसक पुरुष बैठे ने। तो समग्र संसार नूं इस तरह का एक महान तीर्थ गुरु रामदास जी महाराज ने बख्शिश कीता। तामीरी रुचियां जो सिख जगत विच पाई जांदियां ने, भी धर्मशाला बनानी है, स्कूल बनाना है, गुरुद्वारा बनाना है, ये जिहड़ी बिरती सिखां दे अंदर है, दरअसल ये गुरु रामदास जी महाराज की बख्शिश है, उन्हां दी दित्ती प्रेरणा है। और उन्हां दी इस उसारू रुचियां तो बाद हर सिख दे अंदर ये बिरतियां उजागर हो गईयां कि धार्मिक मंदिर बनाने ने, धार्मिक अस्थान बनाने ने, धर्मशाला बनाउणियां ने, विद्यालय बनाने ने। ये रुचि अज भी सिख जगत विच बहुत वड्डी प्रबल रूप विच मौजूद है, और ये गुरु रामदास जी महाराज की बख्शिश है, रहमत है। साहिब श्री गुरु रामदास जी महाराज का हिरदा परमात्मा के प्रेम दे कितना भेजिया होया है। आप कहंदे ने मेरे मन प्रेम लगो हर तीर, हमरी बेदन हर प्रभ जाने, मेरे मन अंतर की पीर। प्रेम ते बिरहा, जिस नाल प्रेम है उसका विछोड़ा ते एक बहुत वड्डी पीड़ है। मिले तो बिना चैन मिलना बहुत औखा है, बहुत औखा है। ते महाराज कहंदे प्रेम दा तीर लगे ते तीर दे लगदियां पीड़ा ते होवेगी। जिस नाल प्रेम है ओदा मिलाप नहीं, विछोड़ा है, तो हिरदा ते तड़पेगा, हिरदा ते बहबल होवेगा। गुरु रामदास जी महाराज दे इस तरह के अनेका शब्द रब्बी इश्क नाल भरे हुए ने, रब्बी सरूर नाल भरे हुए ने, रब्बी मस्ती नाल भरे हुए ने। आपने एक होर थां ते बड़े सुंदर ख्याल जगत नूं दिते ने। जद आप दे कोल चोटी दे संगीतकार आए, सितार लैके, मरदंग लैके, ढोलक लैके, होर तरह तरह के तंती साज लैके, ते साहिबां नूं कहण लगे असी आप नूं राग नाद दी महफिल सजा के आप नूं राग रंग सुनाना है। सुनो, असी संगीत दे राही, रागां दे राही परमात्मा दे गीत गाने ने। पर मानसिक बिरतियां जो उन्हां दियां सन, उन्हां नूं वेख के गुरु रामदास जी महाराज कहंदे कब को भाले घूंगर ताला, कब को बजावे रबाब, मेलत चुनत खिन पल चसा लागे, हो तब लग समारो राम। हे रागियो, हे संगीतकारो, जितने चिर तक तुसी सितार सुर दे च करनी है, मरदंग सुर दे च करनी है, बाकी दे साजां नूं सुर दे च करना है, अपने गले नूं सुर दे च करना है, उस तो पहले असी राम आख के राम नाल जुड़ जाना है। दरअसल ये सारे साधन ते राम नाल जुड़न दे वास्ते ने, ते राम दी धुनी अलापदियां जो राम नाल जुड़ गया है वो इन्हां साधना नूं की करेगा। तो गुरु रामदास जी महाराज कितने वड्डे पद्धर दे
ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ। ਆਪ ਨਿਮਕ ਮਾਤਰ ਦਾ ਵੀ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਵਿੱਚ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ, ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ। ਸਵੇਰੇ ਤੇ ਸ਼ਾਮ ਆਪਨੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ। ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਵਿੱਚ ਜਗਮਗਾਂਦੀ ਰਹੀ ਔਰ ਜਗਤ ਨੂੰ ਚਾਨਣਾ ਦੇਂਦੀ ਰਹੀ, ਜਗਤ ਨੂੰ ਪ੍ਰਕਾਸ਼ ਦੇਂਦੀ ਰਹੀ, ਜਗਤ ਨੂੰ ਆਨੰਦ ਦੇਂਦੀ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ ਔਰ ਬੇਸ਼ਤਰ ਸ਼ਬਦ, ਜਿਨ੍ਹਾਂ ਨੂੰ ਪੜ੍ਹਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ, ਕਿਤਨਾ ਵੱਡਾ ਅਨੁਭਵ ਰੱਖਦੇ ਨੇ, ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ 'ਚ ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ਕਰਨ ਦੇ ਜੋ ਹੈ ਵਗ ਰਹੀ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਕਰਾਮਾਤ ਵਾਕਈ ਪੂਰੀ ਹੋ ਗਈ, ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ, ਆਪ ਬਣਾਇਆ ਹੈ, ਆਪ ਸ਼ਿੰਗਾਰਿਆ ਹੈ। तो कुदरती गल है, हर गल पूरी होनी सी ते पूरे का किया सब किछ पूरा घटवत किछ नाही। दरअसल पूर्ण पुरख दा जो कुछ भी कीता होया हुंदा है वो सब कुछ मुकम्मल है, सब कुछ पूर्ण है। अमृतसर दी गलियां विच गुरु रामदास जी महाराज दीयां लहरां मौजूद ने। दरबार साहिब विच गुरु रामदास जी महाराज दीयां लहरां मौजूद ने। समुची दुनिया तो यात्री जद दरबार साहिब आउंदे ने ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ। ਔਰ ਦੁਨੀਆ ਦਾ ਵਾਹਿਦ ਉਹ ਮੰਦਰ ਹੈ, ਹਰੀ ਮੰਦਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ, ਭਜਨ ਕੀਰਤਨ ਚੱਲ ਰਿਹਾ ਹੈ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ, ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ ਤੇ ਉਸ ਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼, ਜਗਤ ਵਿੱਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ कि हिरदे दी शुद्धि तो बिना जितने भी कर्म ने फिजूल ने। दरअसल शुभ कर्म एक चंगा बीज है, पर शुद्ध हिरदा एक चंगी धरती है। ते चंगे बीज नो जितने चिर तक चंगी धरती दी मिलाप ना होवे, जितने चिर तक चंगी धरती ना मिल सके, वो चंगा बीज ढंग नाल प्रफुल्लित नहीं होंदा, वधदा नहीं, फुलदा नहीं। आप कहंदे ने मत्था टेकना एक चंगा कर्म है, पर हिरदे दी शुद्धि एक चंगी धरती है। अगर चंगी धरती नहीं तो मत्था टेकना फिजूल है। शीश निवाइए क्या थिए जा हृदय को सुधे जाए। गा रहा है गीत परिपूर्ण परमात्मा दे, हिरदे दी शुद्धि नहीं तो गुरु रामदास जी महाराज दा कहना कोई गावे रागी नादी बेदी बहु भांत कर नहीं हर हर बीजे राम राजे, जिना अंतर कपट विकार है तिना रोए क्या कीजे। तो साहिब श्री गुरु रामदास जी महाराज ने जोर दिता, ऐ बंदे शुभ कर्मां दे नाल नाल शुद्ध हिरदा भी बड़ा लाजमी है। चंगे बीज दे नाल नाल चंगी धरती दा होना बड़ा लाजमी है। ये गुरु रामदास जी महाराज दा मूल संदेश सी, मूल उपदेश सी और आप इसी तरीके नाल उपदेश करते रहे, जगत नूं परिपूर्ण परमात्मा नाल जोड़ते रहे। शुभ कर्म ते शुद्ध हिरदे दा उपदेश ते संदेश आप जी दी बाणी विच अज भी मिल रहा है, समुचे जगत नूं मिल रहा है। हरिमंदिर साहब, दरबार साहब, अमृतसर और ये चारें
ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ਼੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼। ਤੇ ਅੰਮ੍ਰਿਤਸਰ ਦੇ ਵਿੱਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਹੈ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ।